जब हम शरण प्रभु की राख प्रभु पावे मार। अब हम चली ठाकुर पहार। जब हम शरण प्रभु की राख प्रभु पावे मार। राजा न राज पाना न पान, देवा न देव उपमा महान। चवर छतर तख्त दे मालक, जुगो जुग अटल। दीन दुनिया दे वाले गुरु ग्रंथ साहिब जीओ महाराज। सतगुरां दी बख्शिश किरपालता दे नाल जो इस समय गुरु साहिब ने तुठ के अमृत वेले दी दात बख्शी है। आओ गुरु प्यारी साध संगत जीओ, सुरत जोड़िए गुरुदेव दे चरनां दे अंदर। उपरंत गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। जदों भी किसी प्रकार का कोई युद्ध, किसी प्रकार की कोई लड़ाई, ईरखा, हरेक कोई भी युद्ध होया है वो कुछ क बचना करके। जो वादक कौरवां पांडवां दा सुनते हाँ, पुरातन ग्रंथां अंदर पढ़ते हाँ, जिथों शुरुआत हुई जो कि द्रौपदी ने आख्या सी अंध के अंध रहे। इस तो बाद सब रचत रची गई। जे श्री रामचंद्र वल झाकदे हैं उस दे विच कि कई हुई थोड़ी जी गल श्री रामचंद्र नूं बनवासी करदी है। हुण तकीए जरा, पृथ्वी चंद जिन्ना चिर जिउंदा रहा उन्ना समा उन्ने धन गुरु अर्जुन देव साहिब जी महाराज नाल ईरखा नहीं छड्डी सी। क्योंकि थोड़ा जा बचन कीता होया, थोड़ी जी गल शुरू कीती हुई किथे दी किथे चली जाती है। गुरु साहब कहन लगे तू बोलन लग्या भी संकोचिया कर आपनू। आ भी अमृत वेले अरदास करिए गुरुदेव। पहली अरदास बेनती चरना दे विच आ है कि साडे बोल दे नाल किसी दा दिल ना टुटे, दूजा किसी दा घर ना टुटे। आ भी अरदास करनी चाहिए है अमृत वेले। भी कई बारी बोलन लगे पता कोई नहीं लगता सानू, क्योंकि मास का टुकड़ा किथे भी कोई जानवर किसी पिंजरे अंदर किसी खतरे अंदर रहिंदा है तो आप नू संकोचदा है। पर शरीर विच जीभ ऐसी है 24 घंटे आ खतरे अंदर रहिंदी है। ਇਹਦੇ आले दुआले एक पिंजरा है दंदां दा जो कि अत दे तिखे ने, आ फिर भी किसी की निंदिया करनों नहीं टलदी। कहन लगे संकोच इसनूं है या खतरे दे अंदर परमात्मा दा सिर महर परे हाथ तहा है।
ਜੋ ਇਸ ਜੀਭ ਨੂੰ ਇਸ ਨੋਕੀਲੇ ਤਿੱਖੇ ਦੰਦਾਂ ਤੋਂ ਬਚਾ ਕੇ ਰੱਖਿਆ। ਪਿਆਰਿਆ, ਤੂੰ ਆਪ ਨੂੰ ਸੰਕੋਚ ਕੇ ਬੋਲੀ। ਦੇਖੀ ਜ਼ਰਾ, ਹੁਣ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਇਹਨਾਂ ਦੇ ਮਹਿਲ ਨੇ ਮਾਤਾ ਜੀ, ਮਾਤਾ ਗੰਗਾ ਜੀ ਪਤਨੀ ਨੇ ਇਹਨਾਂ ਦੇ। ਹੁਣ ਵੱਡਾ ਭਰਾਤਾ ਪ੍ਰਿਥੀ ਚੰਦ, ਇਹਦੀ ਜੋ ਘਰਵਾਲੀ ਹੈ ਉਸ ਦਾ ਨਾਮ ਹੈ ਕਰਮੋ। ਜਦੋਂ ਕਰਮੋ ਨੇ ਦੇਖਿਆ ਕਿ ਮਾਤਾ ਗੰਗਾ ਜੀ ਦੇ ਇਹਨੇ ਬਸਤਰ ਤੱਕੇ ਨੇ ਜੋ ਕਿ ਬੜੇ ਮਹਿੰਗੇ ਸਨ, ਉਹ ਤੇ ਸੁੱਕਣੇ ਪਾਏ ਹੋਏ ਆ, ਜਦ ਇਹਨੇ ਬਸਤਰਾਂ ਵੱਲ ਤੱਕਿਆ ਮਨ ਵਿੱਚ ਆ ਗਿਆ ਵੀ ਇਸ ਮੇਥੋਂ ਛੋਟੀ ਹੈ। ਦੇਖੀਏ, ਰਿਸ਼ਤੇਦਾਰੀ ਦੇ ਜਗ੍ਹਾ ਤੇ ਦਰਾਣੀ ਦਾ ਰੂਪ ਹੈ ਜੀ ਉਹ। ਤੇ ਮਨ ਵਿੱਚ ਆਇਆ ਵੀ ਮੈਂ ਵਡੇਰੀ ਆ, ਮੇਰੇ ਕੋਲ ਫਿਰ ਵੀ ਉਹ ਜੇ ਨਹੀਂ, ਆ ਛੋਟੀ ਹੈ, ਇਹਦੇ ਕੋਲ ਫਿਰ ਵੀ ਨਾ ਚੜਾਵਾ, ਕਿਉਂਕਿ ਉਹ ਗੁਰੂ ਨਾਨਕ ਰੂਪ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮਹਿਲ ਨੇ ਮਾਤਾ ਗੰਗਾ ਜੀ। ਆਏ ਪ੍ਰਿਥੀ ਚੰਦ ਕੋਲ। ਪ੍ਰਿਥੀ ਚੰਦ ਨੂੰ ਕਹਿਣ ਲੱਗੀ, ਦੇਖੋ ਜੀ, ਜੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦਾ ਆਪਨੇ ਬਚਨ ਮੰਨਿਆ ਹੁੰਦਾ, ਜਿਹੜਾ ਚੜਾਵਾ ਉਹ ਅਰਜਨ ਅਤੇ ਉਹ ਗੰਗਾ ਮਾਣ ਰਹੇ ਨੇ ਆਨੰਦ, ਉਹ ਚੜਾਵਾ ਆਪਣੇ ਕੋਲ ਆਉਂਦਾ। ਤੁਸਾਂ ਨੇ ਬਚਨ ਮੰਨਿਆ ਨਹੀਂ, ਉਹ ਸਾਰਾ ਕੁਝ ਲੈ ਗਏ ਨੇ। ਜੇ ਬਚਨ ਮੰਨ ਲੈਂਦੇ ਤੇ ਸਭ ਕੁਝ ਆਪਣੇ ਕੋਲ ਹੁੰਦਾ। ਅਸਲ ਵਿੱਚ ਇੱਕ ਖਿਣ ਲਈ ਰੁਕਣਾ ਚਾਹਾਂਗਾ, ਬਚਨ ਮੰਨਣਾ ਅਤੇ ਮਨਾਉਣਾ ਉਹ ਵੀ ਨਾਨਕ ਦੇ ਹੱਥ ਵਿੱਚ ਹੀ ਹੈ। ਵੀ ਕਿਤੋਂ ਮਨਾਉਣਾ ਜੀ ਉਹਨੇ? ਟੁੱਟ ਕੇ ਕਿਹਦੇ ਝੋਲੀ ਵਿੱਚ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਣੀ ਹੈ, ਉਹਦੇ ਕਿਰਪਾ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਇਨਸਾਨ ਦਾ ਸਿਰਫ ਤਰਲਾ ਹੀ ਹੈ ਇੱਕ। ਤੇ ਪ੍ਰਿਥੀ ਚੰਦ ਬੋਲਿਆ, ਕਿਤੇ ਭਾਗਵਾਨੇ ਗੱਲ ਸੁਣ, ਅਰਜੁਨ ਕੋਲੇ ਹੁਣ ਸਭ ਕੁਝ ਹੈ, ਹੁਣ ਤਖਤ ਦਾ ਮਾਲਕ ਹੈ, ਪਰ ਜਰਾ ਤੱਕ ਤਾਂ ਸਹੀ, ਅਰਜੁਨ ਦੇ ਘਰੇ ਨਾ ਹੀ ਧੀ ਹੈ ਨਾ ਹੀ ਉਹ ਪੁੱਤ ਹੈ। ਦੇਖੋ ਮਾੜੀ ਈਰਖਾ ਵਾਲੇ ਦਾ। ਕਹਿਣ ਲੱਗੇ, ਕਰਮੋ ਤੱਕ ਤਾਂ ਸਹੀ, ਨਾ ਇਹਦੇ ਘਰੇ ਧੀ ਹੈ ਤੇ ਨਾ ਇਹਦੇ ਘਰੇ ਪੁੱਤ ਹੈ, ਆ ਇੱਥੋਂ ਚਲਿਆ ਜਾਵੇਗਾ, ਸਾਰੋ ਸਾਜੋ ਸਮਾਨ ਮਗਰੋਂ ਆਪਣਾ ਹੀ ਹੈ। ਆਦਤ ਹੁੰਦੀਆਂ ਗੱਲਾਂ ਵਾਲੀਆਂ। ਤੂੰ ਕਹਿੰਦੇ ਫਿਕਰ ਨਾ ਕਰ, ਨਾ ਧੀ ਨਾ ਪੁੱਤ, ਜਿਹੋ ਜਿਹਾ ਆਇਆ ਹੈ ਉਹ ਜਿਹਾ ਚਲਿਆ ਜਾਵੇਗਾ। ਆ ਤਖਤ ਵੀ ਆਪਣਾ ਹੈ, ਜਿਹੜਾ ਸਾਜੋ ਸਮਾਨ, ਸਾਰੀਆਂ ਭੇਟਾਵਾਂ ਬਸਤਰਾਂ ਦੀ ਗੱਲ ਕਰਦੀਆਂ, ਸਾਰਾ ਆਪਣਾ ਹੀ ਹੈ, ਇਹਨੇ ਨਾਲ ਨਹੀਂ ਲੈ ਜਾਣਾ। ਤੇ ਸੋਚੀਏ ਜਰਾ ਵੀ ਜਿਹੜਾ ਬੰਦਾ ਸੋਚਦਾ ਹੈ ਵੀ ਉਹ ਕਿਹੜਾ ਫਿਰ ਨਾਲ ਲੈ ਜਾਂਦਾ ਹੈ? ਨਾਲ ਤਾਂ ਕੋਈ ਨਹੀਂ ਲੈ ਕੇ ਜਾਂਦਾ। ਫਿਰ ਕੋਈ ਜਦੋਂ ਇੱਥੇ ਇਹਨਾਂ ਨੇ ਗੱਲ ਕਰੀ, ਹੁਣ ਇੱਕ ਦਾਸੀ ਹੈ ਜੋ ਸੇਵਾ ਕਰਦੀ ਹੈ, ਉਹ ਮਾਤਾ ਗੰਗਾ ਜੀ ਕੋਲ ਪਹੁੰਚ ਗਈ ਹੈ। ਮਾਤਾ ਗੰਗਾ ਜੀ ਕੋਲ ਪਹੁੰਚੀ, ਕਹਿਣ ਲੱਗੀ, ਮਾਤਾ ਜੀ ਉੱਥੇ ਵਿਉਂਤ ਚੱਲ ਰਹੀ ਹੈ ਵੀ ਜਿਹੋ ਜਿਹੇ ਹੋ ਉਹ ਜੇ ਚਲੇ ਜਾਓਗੇ, ਨਾ ਕੋਈ ਧੀ ਨਾ ਕੋਈ ਪੁੱਤ ਹੈ। ਜਦੋਂ ਮਾਤਾ ਗੰਗਾ ਜੀ ਨੇ ਸਰਵਣ ਕਰਿਆ, ਪੰਜਵੇਂ ਪਾਤਸ਼ਾਹ ਕੇ ਹੱਥ ਜੋੜੇ, ਕਹਿਣ ਲੱਗੇ, ਗੁਰੂਦੇਵ ਦੇਖੋ ਤਾਂ ਜ਼ਰਾ ਨਿਗਾਹ ਮਾਰੋ, ਗੰਗਾ ਨੂੰ ਜਰਾ ਕਰਮਾਂ ਵਾਲੀ ਦਾਤ ਬਖਸ਼ੋ, ਕੋਈ ਬੱਚਾ ਹੋ ਜੇ। ਤੇ ਗੁਰੂਦੇਵ ਨੇ ਇੱਕ ਬਚਨ ਕਰਿਆ, ਕਹਿਣ ਲੱਗੇ, ਗੰਗਾ ਇੰਜ ਕਰ, ਬਾਬਾ ਬੁੱਢਾ ਭਾਗ ਲਾਉਂਦਾ ਹੈ, ਬਾਬੇ ਬੁੱਢੇ ਤੋਂ ਜਾ ਕੇ ਅਰਦਾਸ ਕਰਾ। ਮਾਤਾ ਜੀ ਚੱਲੇ ਨੇ। ਵਿਦਵਾਨ ਜਨ ਕਹਿੰਦੇ ਨੇ, ਜੋ ਸਮੇਂ ਦੀ ਗੱਲ ਹੈ, ਪਕਵਾਨ ਉਦੋਂ ਹੋਰ ਸੀ, ਹੁਣ ਹੋਰ ਤਬਦੀਲੀ ਹੋ ਗਈ ਹੈ। ਪ੍ਰਸ਼ਾਦੇ ਲਏ,
ਗੰਢਾ ਲਿਆ, ਲੱਸੀ ਦਹੀਂ ਆਦਿਕ ਲਿਆ, ਲੈ ਕੇ ਮਾਤਾ ਗੰਗਾ ਜੀ ਚੱਲ ਪਏ ਨੇ ਬਾਬਾ ਬੁੱਢਾ ਜੀ। ਹੁਣ ਅੱਸੂ ਦਾ ਮਹੀਨਾ ਹੈ ਅਤੇ ਝੋਨਾ ਧਾਈ ਲਹਿਰਾਂ ਪਿਆ ਮਾਰਦਾ ਹੈ ਜੀ। ਬਾਬਾ ਬੁੱਢਾ ਜੀ ਰੰਗ ਰਤੜੇ ਨਾਨਕ ਦੇ ਨਾਮ ਦੇ ਵਿੱਚ ਵੱਟ ਤੇ ਬੈਠੇ ਹੋਏ ਨੇ। ਇਧਰੋਂ ਜਦੋਂ ਮਾਤਾ ਜੀ ਦਾ ਜਾਣਾ ਹੋਇਆ, ਬਾਬਾ ਬੁੱਢਾ ਜੀ ਦੇਖ ਕੇ ਬੜੇ ਪ੍ਰਸੰਨ ਹੋਏ। ਹੱਥਾਂ ਵਿੱਚ ਦੇਖਿਆ ਜਦੋਂ, ਤੇ ਬਾਬਾ ਬੁੱਢਾ ਜੀ ਨੇ ਹੱਥ ਜੋੜੇ। ਦੇਖੋ ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਲੈ ਕੇ 6ਵੇਂ ਗੁਰੂ ਦੇ ਸਮੇਂ ਤੱਕ ਰਹੇ ਨੇ, ਸਮਕਾਲੀ 6ਵੇਂ ਗੁਰਾਂ ਦੇ ਹੱਥ ਜੋੜੇ ਨੇ। ਹੁਣ ਆਪਾਂ ਕਹਿੰਦੇ ਵੀ ਇਹਦੀ ਉਮਰ ਛੋਟੀ ਹੈ, ਇਹਦੇ ਕੋਲ ਝੁਕਣਾ ਜ਼ਰੂਰੀ ਨਹੀਂ, ਪਰ ਅਸਲ ਵਿੱਚ ਰੂਹਾਨੀਅਤ ਤੱਕੀ ਦੀ ਹੁੰਦੀ ਹੈ। ਹੁਣ ਜਦੋਂ ਹੱਥ ਜੋੜ ਕੇ ਬਾਬਾ ਬੁੱਢਾ ਜੀ ਨੇ ਕਿਹਾ, ਮਾਂ ਤੈਨੂੰ ਪਤਾ ਹੈ ਵੀ ਤੇਰੇ ਪੁੱਤਰ ਨੂੰ ਕੀ ਚਾਹੀਦਾ ਹੈ, ਤੈਨੂੰ ਪਤਾ ਹੈ ਤੇਰੀ ਪੁੱਤਰ ਨੂੰ ਭੁੱਖ ਲੱਗਦੀ ਹੈ, ਪੁੱਤਰ ਨੂੰ ਭੁੱਖ ਲੱਗੇ ਮਾਂ ਨੂੰ ਹੀ ਫਿਕਰ ਹੁੰਦਾ ਹੈ। ਇਹਦਾ ਅਰਥ ਸੀ ਮਾਂ ਅੱਜ ਤੇਰੇ ਪੁੱਤਰ ਨੂੰ ਭੁੱਖ ਲੱਗੀ ਹੈ। ਹੁਣ ਜੋ ਮਾਤਾ ਗੰਗਾ ਜੀ ਨੇ ਮਹਿਲ ਨੇ, ਪੰਜਵੇਂ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਨੇ ਸ਼ਬਦਾਂ ਕਿਉਂ ਵਰਤਿਆ ਹੈ? ਕਿਉਂਕਿ ਉਹ ਤੱਕਦੇ ਉਹੀ ਨੇ ਜੋ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਰਸ਼ਨ ਗੁਰੂ ਨਾਨਕ ਦੇਵ ਜੀ ਦੇ ਕਰਦੇ ਸਨ। ਪੰਜਵੇਂ ਪਾਤਸ਼ਾਹ ਨੂੰ ਵੀ ਗੁਰੂ ਨਾਨਕ ਦੇਵ ਜੀ ਹੀ ਸਮਝਿਆ ਸੀ। ਇੱਕ ਮਾਤਰ ਕਹਿਣ ਮਾਤਰ ਨਹੀਂ, ਸਮਝਣਾ ਵੀ ਨਾਲ ਦੀ ਨਾਲ ਪੈਂਦਾ ਹੈ। ਕਿਆ ਮਾਂ ਤੈਨੂੰ ਪਤਾ ਹੈ ਪੁੱਤ ਨੂੰ ਭੁੱਖ ਲੱਗੇ ਮਾਂ ਤੋਂ ਵੱਧ ਕਿਹਨੂੰ ਫਿਕਰ ਹੁੰਦਾ ਹੈ? ਤੇ ਜਦੋਂ ਕਿਹਾ ਤੁਸੀਂ ਭਾਗ ਲਾਉਂਦੇ ਹੋ ਬਾਬਾ ਜੀ, ਬੇਨਤੀ ਕਰੋ, ਅੱਜ ਬੇਨਤੀ ਕਰ ਦਓ, ਮੇਰੀ ਕੁੱਖ ਨੂੰ ਭਾਗ ਲਾਓ, ਅਰਦਾਸ ਕਰੋ। ਤੇ ਬਾਬਾ ਬੁੱਢਾ ਜੀ ਕਹਿਣ ਲੱਗੇ, ਮਾਂ ਦੇਖੋ ਤਾਂ ਜਰਾ, ਭਾਗ ਲਾਉਣ ਵਾਲਾ ਜਿਹੜਾ ਨਾਨਕ ਹੈ ਉਹ ਤਾਂ ਅੰਮ੍ਰਿਤਸਰ ਬੈਠਾ ਹੋਇਆ ਹੈ। ਅੱਜ ਦੇਖੋ ਮੈਨੂੰ ਨਿਮਾਣੇ ਨੂੰ ਪਈ ਵਡਿਆਈ ਦਿੰਦੇ ਆ। ਹੁਣ ਆਦਿਕ ਲੋਕ ਜਨ ਵਿਦਵਾਨ ਵੀ ਕਹਿੰਦੇ ਆ ਜੀ ਵੀ ਪੰਜਵੇਂ ਪਾਤਸ਼ਾਹ ਆਪ ਸਮਰੱਥ ਗੁਰੂ ਨੇ ਫਿਰ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਕੋਲ ਕਿਉਂ ਭੇਜਿਆ? ਹੁਣ ਦੇਖਿਓ ਜਰਾ, ਸ਼ਬਦ ਪੜ੍ਹਦੇ ਆ ਜਦੋਂ ਆਪਾਂ ਸਰੂਪ ਸੱਚਖੰਡ ਚ ਲੈ ਕੇ ਜਾਂਦੇ ਆ ਮਹਾਰਾਜ ਦਾ, ਉਦੋਂ ਸ਼ਬਦ ਪੜ੍ਹਿਆ ਜਾਂਦਾ ਹੈ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ, ਗੁਰ ਸਿੱਖਾਂ ਕੀ ਘਾਲ ਥਾਈ ਪਈ, ਜਿਨ ਹਰ ਨਾਮ ਧਿਆਵਾ, ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਕਹਿਣ ਲੱਗੇ ਜਿਹੜਾ ਸਤਿਗੁਰੂ ਨੂੰ ਪੂਜਦਾ ਹੈ, ਆਰਾਧਦਾ ਹੈ, ਸਤਿਗੁਰੂ ਉਹਦੀ ਪੂਜਾ ਕਰਾਉਣ ਲੱਗ ਪੈਂਦਾ ਹੈ। ਅਗਲਾ ਬਚਨ ਸੀ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ। ਕਹਿਣ ਲੱਗੇ ਗੁਰੂ ਵੀ ਉਹਨਾਂ ਦੀ ਧੂੜ ਲੋਚਦਾ ਹੈ। ਕਿਹਨਾਂ ਦੀ? ਕਹਿਣ ਲੱਗੇ ਜੋ ਆਪ ਜਪੈ ਅਵਰੈ ਨਾਮ ਜਪਾਵੈ। ਇੱਕ ਹੋਰ ਬਚਨ ਹੈ, ਉਸ ਬਚਨ ਵਿੱਚ ਕਹਿੰਦੇ ਨੇ, ਤੁਧ ਸਲਾਹਨ ਤਿਨ ਧਨ ਪੱਲੇ, ਨਾਨਕ ਕਾ ਧਨ ਸੋਈ, ਜੇ ਕੋ ਜੀਓ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਕਹਿਣ ਲੱਗੇ ਜਪਣ ਵਾਲਿਆਂ ਦਾ ਕੋਈ ਉਹਨਾਂ ਨੂੰ ਜੀ ਕਹਿ ਕੇ ਬੁਲਾ ਦੇ ਨਾ, ਤੇ ਜਿਹੜਾ ਜੀ ਕਹਿ ਕੇ ਜਪਣ ਵਾਲਿਆਂ ਨੂੰ ਬੁਲਾਉਂਦਾ ਕਿਤੇ ਉਹਨਾਂ ਦੇ ਵੀ ਲੇਖੇ ਨਹੀਂ ਹੁੰਦੇ। ਆ ਬਾਬਾ ਬੁੱਢਾ ਹੋਈ ਹੈ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੁਣ ਸਮੇਂ ਤੱਕ ਨੇ, ਇਹਨਾਂ ਦੀ ਅਰਦਾਸ ਵਿੱਚ ਫਿਰ ਕਿੰਨੀ ਕੋਈ ਤਾਕਤ ਹੋਵੇਗੀ। ਮਾਤਾ ਜੀ ਨੇ ਪ੍ਰਸ਼ਾਦਾ ਰੱਖਿਆ। ਹੁਣ ਆਪਾਂ ਸਦਾ ਹੀ ਪੜ੍ਹਦੇ ਹੁੰਦੇ ਹਾਂ ਸ਼ਬਦ ਵੀ ਬਾਬਾ ਜੀ ਨੇ ਗੰਢਾ ਭੰਨਿਆ। ਕਿ ਵਿਦਵਾਨ ਜਨ ਨੇ ਬਿਜਲੀ ਦੀ ਲਸ਼ਕੋਰ ਦੀ ਵੀ ਗੱਲ ਕੀਤੀ ਹੈ, ਪਰ ਦੇਖੋ ਜਦੋਂ ਗੰਢਾ ਭੰਨਿਆ ਕਹਿਣ ਲੱਗੇ, ਮਾਂ ਐਸਾ ਸੂਰਮਾ ਪ੍ਰਗਟ ਹੋਏਗਾ ਜ਼ਾਲਮਾਂ ਦੇ ਸਿਰ ਭੰਨੇਗਾ। ਹੁਣ ਸਮਾਂ ਪਿਆ ਤੇ ਉਦੋਂ ਫਿਰ ਬਾਬਾ ਬੁੱਢਾ ਜੀ ਕਹਿਣ ਲੱਗੇ, ਇਹ ਪੰਜਵੇਂ ਪਾਤਸ਼ਾਹ ਗੁਰੂ ਨਾਨਕ ਦੇਵ
ਅੱਜ ਘਾਹ ਖੋਤਰਨ ਵਾਲੇ ਨੂੰ ਤੂੰ ਵਡਿਆਈ ਦਿੱਤੀ ਹੈ। ਤੇਰੇ ਤੋਂ ਵੱਡਾ ਕੋਈ ਪੀਰ ਪੈਗੰਬਰ ਨਹੀਂ। ਤੂੰ ਨਾਨਕ ਦੀ ਜੋਤ ਨਿਰੰਕਾਰ ਰੂਪ ਹੈ। ਅੱਜ ਤੂੰ ਇੱਕ ਘਾਹ ਖੋਤਰਨ ਵਾਲੇ ਪਾਸੇ ਅਰਦਾਸ ਕਰਾਈ ਹੈ। ਇੱਕ ਹਿਰਦਾ ਤੱਕੋ, ਨਿਮਰਤਾ ਤੱਕੋ। ਜੇ ਨਿਮਰਤਾ ਤੋਂ ਪਾਸੇ ਹੁੰਦੇ, ਕਹਿਣ ਲੱਗਦੇ ਵੀ ਮੈਂ ਇਹਨਾਂ ਤੋਂ ਪਹਿਲਾਂ ਦਾ, ਮੈਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ, ਮੈਂ ਨਾ ਅਰਦਾਸ ਕਰਾਂਗਾ, ਹੋਰ ਕਰੇਗਾ ਕੌਣ। ਬਾਬਾ ਬੁੱਢਾ ਜੀ ਦੀ ਜਰਾ ਨਿਮਰਤਾ ਤਾਂ ਤੱਕੀ ਹੈ, ਕਹਿੰਦੇ ਨੇ ਮੈਨੂੰ ਘਾਹ ਖੋਤਰਨ ਵਾਲੇ ਨੂੰ ਗੁਰੂ ਅਰਜਨ ਦੇਵ ਸਾਹਿਬ ਅੱਜ ਵਡਿਆਈ ਵੀ ਦਿੱਤੀ ਹੈ। ਤੈਨੂੰ ਸਭ ਪਤਾ ਹੈ। ਸਮਾਂ ਪਿਆ, ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਜੋ ਨਗਰ ਹੈ ਗੁਰੂ ਕੀ ਵਡਾਲੀ, ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਇਹਨਾਂ ਦਾ ਆਗਮਨ ਹੁੰਦਾ ਹੈ। ਹੁਣ ਇਹਨਾਂ ਦੇ ਆਗਮਨ ਦੇ ਵਿੱਚ ਜਦੋਂ ਪਤਾ ਲੱਗਿਆ, ਰਿਸ਼ਤੇਦਾਰਾਂ ਨੂੰ ਪਤਾ ਲੱਗਦਾ ਏ, ਸਾਖ ਸੰਬੰਧੀਆਂ ਨੂੰ ਪਤਾ ਲੱਗਦਾ। ਹੁਣ ਰਿਸ਼ਤੇਦਾਰੀ ਕਿਹੜੀ, ਇੱਕ ਭੈਣ ਜ਼ਿਆਦਾ ਨੇੜੇ ਹੁੰਦੀ, ਦੂਜਾ ਭਰਾ ਨੇੜੇ ਹੁੰਦਾ ਹੈ। ਪਤਾ ਲੱਗਿਆ ਸਾਰੇ ਗਏ ਨੇ। ਗੁਰੂ ਕੇ ਲਾਲ ਵਾਸਤੇ ਕੋਈ ਬਸਤਰ ਲੈ ਗਿਆ, ਜਿਹੋ ਜਿਹਾ ਅਗਲੇ ਦੀ ਸਰਦਾ ਸਰੀ ਉਹ ਲੈ ਗਿਆ। ਜਿਹਦੇ ਤੋਂ ਕੁਝ ਨਹੀਂ ਸਰਿਆ, ਕਹਿਣ ਲੱਗੇ ਵਿਦਵਾਨ ਜਨ, ਉਹ ਵੀ ਪਹੁੰਚ ਕੇ ਅਸੀਸ ਦਿੰਦੇ ਨੇ ਵੀ ਪੰਜਵੇਂ ਪਾਤਸ਼ਾਹ ਦਾ ਲਾਲਤਾ ਤੱਕੀਏ। ਜਿਹੜੇ ਰਹਿਮਤਾਂ ਦੇ ਘਰ ਨੇ, ਉਹਨਾਂ ਦੇ ਘਰ ਵਿੱਚ ਜਿਹੜਾ ਪ੍ਰਗਟ ਹੋਇਆ ਉਹ ਕਿੰਨਾ ਕੁ ਰਹਿਮਤਾਂ ਵਾਲਾ ਹੋਏਗਾ। ਹੁਣ ਪ੍ਰਿਥੀ ਚੰਦ ਜੀ ਨਹੀਂ ਗਿਆ, ਨਾ ਹੀ ਇਹਦੀ ਘਰ ਵਾਲੀ ਕਰਮੋਂ ਗਈ ਹੈ, ਕਿਉਂਕਿ ਮਨ ਵਿੱਚ ਸੜਾਂਦ ਹੋ ਗਈ ਵੀ ਇਹ ਅਸੀਂ ਤੱਕੀ ਬੈਠੇ ਸਾਂ ਵੀ ਇਹਨਾਂ ਦੇ ਘਰੇ ਕੋਈ ਪੁੱਤ ਧੀ ਹੈ ਨਹੀਂ, ਵੀ ਸਾਰਾ ਸਾਜੋ ਸਮਾਨ ਰਾਜ ਤਖਤ ਸਾਡੇ ਕੋਲੇ ਆਏਗਾ, ਵੀ ਆ ਕੀ ਭਾਣਾ ਵਾਪਰ ਗਿਆ। ਅਸਲ ਵਿੱਚ ਜਿਹੜਾ ਭਾਣਾ ਸ਼ਬਦ ਹੈ, ਆਪਾਂ ਕਹਿੰਦੇ ਹਾਂ ਵੀ ਭਾਣਾ ਉਹੀ ਹੋਈ ਹੈ ਜਦੋਂ ਕੋਈ ਚੜ੍ਹਾਈ ਕਰ ਜਾਏ। ਅਸਲ ਵਿੱਚ ਜੰਮਣਾ ਵੀ ਭਾਣਾ ਹੈ ਜੀ। ਹਰ ਚੀਜ਼ ਭਾਣੇ ਅੰਦਰ ਆਉਂਦੀ ਹੈ। ਆਪਾਂ ਸਮਝਦੇ ਹਾਂ ਵੀ ਕਿਤੇ ਜਦੋਂ ਮੌਤ ਹੋ ਜਾਏ ਉਦੋਂ ਹੀ ਭਾਣਾ ਹੈ। ਵਾਪਸ ਸ਼ਬਦ ਵਾਲੇ ਆਈਏ। ਪ੍ਰਿਥੀ ਚੰਦ ਨਹੀਂ ਗਿਆ, ਨਾ ਹੀ ਇਹਦੀ ਘਰਵਾਲੀ ਕਰਮੋਂ ਗਈ ਹੈ। ਉਦੋਂ ਚਾਲ ਦੇਖੋ ਖੇਡੀ, ਜਿਹੜੀ ਦਾਈ ਜਾਂਦੀ ਹੈ ਗੁਰੂ ਸਾਹਿਬ ਦੇ ਲਾਲ ਦੇ ਕੋਲ, ਉਹਨੂੰ ਜ਼ਹਿਰ ਦੇ ਕੇ ਭੇਜਿਆ। ਉਹਦਾ ਨਾਮ ਇਤਿਹਾਸ ਵਿੱਚ ਦਾਈ ਦਾ ਫਤੋ ਦੱਸਿਆ ਗਿਆ। ਤੇ ਉਹ ਦਾਈ ਨੂੰ ਕਿਹਾ ਵੀ ਤੇਰਾ ਘਰ ਮਾਇਆ ਨਾਲ ਭਰ ਦੂੰਗਾ, ਮੇਰੇ ਭਰਾ ਦੇ ਘਰੇ ਜਿਹੜਾ ਬੱਚਾ ਹੋਇਆ ਹੈ ਉਹਨੂੰ ਮਾਰ ਦੇ। ਦੇਖੋ ਗੁਰੂ ਘਰ 'ਚ ਸਾਜ਼ਿਸ਼ ਕੀਤੀ ਜੀ। ਤੇ ਜਦੋਂ ਦਾਈ ਜ਼ਹਿਰ ਲੈ ਕੇ ਗਈ, ਅਸਲ ਵਿੱਚ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ। ਅੱਜ ਇਹ ਗੁਰੂਦੇਵ ਦੇ ਕਹਿੰਦੇ ਤੂੰ ਸੱਚੇ ਨਿਯਮ ਤੇ ਰਹੀ, ਮਾਰਨ ਵਾਲਾ ਭਾਵੇਂ ਦੁਨੀਆ ਇੱਕ ਪਾਸੇ ਹੋ ਜਾਏ, ਪਿਆਰੇ ਤੈਨੂੰ ਤੱਤੀ ਵਾਹ ਨਹੀਂ ਲੱਗਣੀ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਵਾ। ਬਾਕੀ ਸਾਰੀਆਂ ਗੱਲਾਂ ਛੱਡ, ਤੇਰਾ ਕੇਸ ਵੀ ਵਿੰਗਾ ਨਹੀਂ ਹੁੰਦਾ। ਬਾਕੀ ਗੱਲਾਂ ਦੂਰ ਦੀਆਂ ਰਹਿ ਗਈਆਂ, ਕੁਛ ਨਹੀਂ ਬਣਿਆ। ਇਹੋ ਜੀ ਸੂਲ ਉੱਠੀ, ਦਾਈ ਦਾ ਅੰਤ ਆ ਗਿਆ, ਦਾਈ ਮਰ ਗਈ। ਦੂਜੀ ਇਹ ਜੋ ਇਹਨੇ ਚਾਲ ਖੇਡੀ, ਦੁਨੀਆ ਦੇ ਲੋਕ ਤਾਂ ਹੋਰ ਸ਼ੁਕਰਾਨਾ ਕਰਦੇ ਨੇ ਪੰਜਵੇਂ ਪਾਤਸ਼ਾਹ ਦਾ, ਅਤੇ ਦਰਸ਼ਨ ਕਰਨ ਜਾਂਦੇ ਨੇ ਪੰਜਵੇਂ ਪਾਤਸ਼ਾਹ ਦੇ ਲਾਲ ਦੇ। ਜਿਹੋ ਜਿਹਾ ਸਰਦਾ ਅਗਲਾ ਭੇਟਾ ਦੇਈ ਜਾਂਦਾ। ਅਤੇ ਜਿਹੜਾ ਘਰ ਦਾ ਭਰਾ, ਹੁਣ ਰਿਸ਼ਤੇਦਾਰੀ ਤਾਂ ਲੱਗਿਆ ਹਰਗੋਬਿੰਦ ਸਾਹਿਬ ਜੀ ਦਾ ਤਾਇਆ, ਘਰ ਦੇ ਵਿੱਚ ਆ ਹੁਣ ਵਿਉਂਤਾਂ ਪੈ ਖੇਡਦਾ। ਦੂਜੀ ਵਾਰੀ ਉਹਨਾਂ ਨੇ ਸਪੇਰਾ ਭੇਜਿਆ। ਹੁਣ ਆਪਾਂ ਕਹਿੰਦੇ ਜੀ ਆਹ ਗੱਲਾਂ ਕਿੱਥੋਂ ਆ ਗਈਆਂ? ਦੇਖੋ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਵਾਨ ਨੇ। ਬਾਅਦ ਵਿੱਚ ਤੁਹਾਨੂੰ ਮੈਂ ਸ਼ਬਦ ਵੀ ਦੱਸਾਂਗਾ। ਉਸ ਦੇ ਬਾਅਦ ਸਪੇਰੇ ਨੂੰ ਭੇਜਿਆ। ਸਪੇਰੇ ਨੂੰ ਭੇਜ ਕੇ ਲੱਗੇ ਜ਼ਹਿਰੀਲਾ ਸੱਪ ਲੈ ਜਾ, ਕਿਵੇਂ ਨਾ ਕਿਵੇਂ ਕਰਕੇ ਇਸ ਬੱਚੇ ਦੇ ਲੜਾ ਦੇ, ਆ ਬੱਚੇ ਨੂੰ ਦੇ ਮਾਰ, ਮੈਂ ਤੇਰਾ ਘਰ ਮਾਇਆ ਨਾਲ ਭਰ ਦਾਂਗਾ। ਕਿ ਸਪੇਰਾ ਗਿਆ, ਪੇਸ਼ ਨਹੀਂ ਪਈ। ਹੁਣ ਜਦੋਂ ਕਰਦੇ ਕਰਾਉਂਦੇ ਕਹਿਣ ਲੱਗੇ ਹਰੇਕ ਤਰੀਕੇ ਦਾ ਵਸੀਲਾ ਇਹਨੇ ਕਰਕੇ ਦੇਖ ਲਿਆ, ਪਰ ਵਾਕਈ ਸ਼ਬਦ ਹੈ, ਜਿਹਨੂੰ ਰੱਖਣ ਵਾਲਾ ਆਪ ਨਾਨਕ ਹੋਏ, ਮਾਰ ਕੌਣ ਸਕਦਾ ਹੈ। ਧੰਨ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜਦੋਂ ਆਗਮਨ ਹੁੰਦਾ ਹੈ ਨਾ ਗੁਰੂ ਹਰਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਦਾ,
ਉਦੋਂ ਵੀ ਸ਼ੁਕਰਾਨਾ ਉਹ ਪਰਮਾਤਮਾ ਦਾ ਹੀ ਕਰਦਾ। ਉਦੋਂ ਸ਼ਬਦ ਉਚਾਰਿਆ ਉਹਨਾਂ ਨੇ, ਕਹਿਣ ਲੱਗੇ ਸਤਿਗੁਰ ਸਾਚੈ ਦੀਆ ਭੇਜ। ਆਹ ਸ਼ਬਦ ਉੱਥੇ ਉਚਾਰਿਆ ਗਿਆ ਸੀ ਜਿੱਥੇ ਛੇਹਟਾਂ ਵਾਲਾ ਜੀ ਖੂਹ ਲਵਾਇਆ ਹੈ, ਜਿਹਦਾ ਆਪਾਂ ਛੇਹਟਾ ਸਾਹਿਬ ਕਹਿੰਦੇ ਆ, ਅੰਮ੍ਰਿਤਸਰ ਦੇ ਵਿੱਚ ਹੈ। ਉਦੋਂ ਜਦੋਂ ਸ਼ਬਦ ਉਚਾਰਿਆ ਪੰਜਵੇਂ ਪਾਤਸ਼ਾਹ ਨੇ, ਸਤਿਗੁਰ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਧਰ ਮਾਹੇ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਨਿਵਾਸ ਵਿਗਾਸ, ਜੰਮਿਆ ਪੂਤ ਭਗਤ ਗੋਵਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ। ਕਹਿਣ ਲੱਗੇ, ਹੇ ਭਾਈ ਗੁਰੂ ਨਾਨਕ ਪਰਮਾਤਮਾ ਦੇ ਭਗਤ ਅੱਜ ਜੰਮ ਪਿਆ, ਅੱਜ ਉਹਦਾ ਆਗਮਨ ਹੋ ਗਿਆ, ਅੱਜ ਜਨਮ ਤੋਂ ਹੀ ਭਗਤ ਹੈ। ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ। ਉਸ ਦੀ ਬਰਕਤ ਨਾਲ ਉਸ ਦਾ ਸ਼ਰਨ ਆਉਣ ਵਾਲੇ ਸਾਰੇ ਜੀਵਾਂ ਦੇ ਅੰਦਰ ਦਰਗਾਹ ਦੀ ਸੇਵਾ ਭਗਤੀ ਦਾ ਲੇਖ ਉਗੜ ਰਿਹਾ ਹੈ, ਲੇਖ ਉਗੜ ਗਿਆ ਅੱਜ। ਲਿਖਿਆ ਧੁਰ ਦਾ ਕਹਿਣ ਲੱਗੇ ਸਾਰਿਆਂ 'ਚ ਪ੍ਰਗਟ ਗਿਆ, ਪਰ ਹੈ ਧੁਰ ਅਕਾਲ ਪੁਰਖ ਦੀ, ਉਹਦੀ ਰਹਿਮਤ। ਹੁਣ ਜਦੋਂ ਵਸੀਲੇ ਇਹਨਾਂ ਨੇ ਕਰਕੇ ਦੇਖ ਲਏ, ਵਸੀਲੇ ਕੀਤੇ, ਤੇ ਉਦੋਂ ਵੀ ਪਾਤਸ਼ਾਹ ਨੇ ਇੱਕ ਸ਼ਬਦ ਫਰਮਾਇਆ ਸੀ ਜੀ, ਉਹ ਸ਼ਬਦ ਹੈ 1137 ਅੰਗ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਮਾਣ। ਉਦੋਂ ਵੀ ਪੰਜਵੇਂ ਪਾਤਸ਼ਾਹ ਨੇ ਕਿਹਾ, ਕਹਿਣ ਲੱਗੇ ਬੜਾ ਜ਼ੋਰ ਲਾਇਆ ਲਾਣ ਵਾਲਿਆਂ, ਪਰ ਬਚਨ ਸੀ ਲੇਪ ਨਾ ਲਾਗੋ ਤਿਨ ਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ। ਪਹਿਲੀ ਵਾਰੀ ਤੇ ਭੇਜਿਆ ਦਾਈ ਨੂੰ, ਦੂਜੀ ਵਾਰੀ ਭੇਜਿਆ ਸਪੇਰੇ ਨੂੰ, ਤੀਜੀ ਵਾਰੀ ਭੇਜਿਆ ਬ੍ਰਾਹਮਣ ਨੂੰ। ਕਹਿਣ ਲੱਗੇ ਤੂੰ ਕਿਵੇਂ ਨਾ ਕਿਵੇਂ ਕਰਕੇ ਇਸ ਨੂੰ ਖਤਮ ਕਰ ਦੇ। ਹੁਣ ਜਦੋਂ ਸਾਰੀ ਇਹ ਵਿਉਂਤਾਂ ਦਾ ਪਤਾ ਹੁੰਦਾ ਜਿਹਦੇ ਘਰੇ ਵਾਪਰਦੀਆਂ, ਕਿ ਉਹਨੂੰ ਭਨਕ ਨਹੀਂ ਪੈਂਦੀ, ਪਤਾ ਤਾਂ ਲੱਗਦਾ ਹੀ ਹੈ। ਲੇਪ ਨਾ ਲਾਗੋ ਤਿਨਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ। ਪਰ ਗੁਰੂ ਦੇ ਪ੍ਰਤਾਪ ਨਾਲ ਉਹ ਚੰਦਰਾ ਬ੍ਰਾਹਮਣ ਪੇਟ ਵਿੱਚ ਸੂਲ ਉੱਠਣ ਕਰਕੇ ਉਹ ਵੀ ਮਰ ਗਿਆ, ਉਹਦੀ ਵੀ ਮੌਤ ਹੋ ਗਈ। ਹਰ ਜਨ ਰਾਖੇ ਪਾਰ ਬ੍ਰਹਮ ਆਪ, ਪਾਪੀ ਮੂਆ ਗੁਰ ਪ੍ਰਤਾਪ। ਪਾਪੀ ਮੂਆ ਹੋ ਗਿਆ ਤੇ ਗੁਰੂ ਦੀ ਕਿਰਪਾ ਦੇ ਨਾਲ ਛੇਵੇਂ ਪਾਤਸ਼ਾਹ ਧੰਨ ਹਰ ਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਨੂੰ ਤੱਤੀ ਵਾਰ ਨਹੀਂ ਲੱਗਦੀ। ਹੁਣ ਦੇਖਿਓ ਪਾਪ ਕਮਾਉਂਦਾ ਹੈ ਹਰੇਕ ਘਰ ਦੇ ਵਿੱਚ। ਜਿਹੜਾ ਕੋਈ ਕਲੇਸ਼ ਹੁੰਦਾ ਨਾ, ਆਪਾਂ ਕਹਿੰਦੇ ਹਾਂ ਜਦੋਂ ਘਰ ਵਿੱਚ ਕੋਈ ਨਿੱਕੀ ਮੋਟੀ ਗੱਲ ਹੋ ਜਾਏ, ਇਸ ਤੋਂ ਵਿਚਾਰ ਆਪੇ ਅੰਮ੍ਰਿਤ ਵੇਲੇ ਫੇਰ ਕਰਾਂਗੇ। ਘਰ ਦੇ ਵਿੱਚ ਕਿਸੇ ਪ੍ਰਕਾਰ ਦਾ ਕਿ ਨਿੱਕੀ ਮੋਟੀ ਗੱਲ ਹੋ ਜਾਂਦੀ ਹੈ ਨਾ, ਸਾਡਾ ਮਨ ਜੀ ਗੁਰਦੁਆਰੇ ਆਉਣ ਨੂੰ ਨਹੀਂ ਕਰਦਾ, ਨਾ ਹੀ ਸਾਡਾ ਮਨ ਕਰਦਾ ਇਸ ਨਿਤਨੇਮ ਕਰੀਏ। ਸਾਡਾ ਨਿਤਨੇਮ ਵੀ ਛੁੱਟ ਜਾਂਦਾ ਹੈ, ਕੁਝ ਕੁ ਗੱਲਾਂ ਕਰਕੇ ਸਾਡਾ ਗੁਰਦੁਆਰਾ ਵੀ ਛੁੱਟ ਜਾਂਦਾ ਹੈ। ਹੁਣ ਦੇਖਿਓ ਪੰਜਵੇਂ ਪਾਤਸ਼ਾਹ ਦੇ ਘਰੇ ਕੀ ਸਾਜ਼ਿਸ਼ਾਂ ਨਹੀਂ ਹੁੰਦੀਆਂ। ਇਸ ਦਰ ਕਰਦਾ ਕਿ ਉਹਨਾਂ ਨੇ ਜਿਹੜਾ ਚੜਾਵਾ ਆਉਂਦਾ ਕਬਜ਼ਾ ਨਹੀਂ ਕੀਤਾ ਸੀ, ਕਿ ਪੰਜਵੇਂ ਪਾਤਸ਼ਾਹ ਨੇ ਮਸਤਾਨਾ ਲੰਗਰ ਸੀ ਜੋ, ਜੇ ਗੁਰੂ ਭਾਈ ਗੁਰਦਾਸ ਜੀ ਨੇ ਕਿਹਾ ਸੀ, ਗੁਰੂ ਜੀ ਦੇਵ ਜੀ ਲੰਗਰ ਦੀ ਹਾਲਤ ਪਤਲੀ ਕਿਉਂ ਹੋ ਗਈ, ਪਾਓ ਮਿੱਸਾ ਤੇ ਸੁੱਕਾ ਪ੍ਰਸ਼ਾਦੋ ਵੀ ਅੱਧਾ ਕੋ। ਉਹ ਖਾ ਕੇ ਵੀ, ਉਹ ਛਕ ਕੇ ਵੀ ਪੰਜਵੇਂ ਪਾਤਸ਼ਾਹ ਨੇ ਸ਼ੁਕਰਾਨਾ ਕੀਤਾ। ਕਲੇਸ਼ ਇਹਨਾਂ ਦੇ ਘਰੇ ਵੀ ਸੀ, ਲੜਾਈ ਵੀ ਸੀ, ਪਰ ਫਿਰ ਵੀ ਸ਼ੁਕਰਾਨਾ ਪ੍ਰਮਾਤਮਾ ਦਾ ਹੀ ਕਰਦੇ ਰਹੇ ਨੇ ਜੀ। ਜਦੋਂ ਆ ਕੁਝ ਵਾਪਰਿਆ ਕਰੇ, ਉਦੋਂ ਵੀ ਉਹਨਾਂ ਨੇ ਸ਼ਬਦ ਹੀ ਉਚਾਰਨ ਕੀਤੇ। ਗੁਰੂਦੇਵ ਸਿਖਾਉਂਦੇ ਆ, ਭਾਵੇਂ ਕਿਸੇ ਪ੍ਰਕਾਰ ਦਾ ਕਲੇਸ਼ ਕੁਝ ਹੀ ਤੇਰੇ ਘਰੇ ਹੋ ਜਾਏ ਪਿਆਰਿਆ, ਅਰਦਾਸ ਕਰਨਾ ਨਾ ਛੱਡੀ, ਦੂਜਾ ਜਿਹੜਾ ਤੇਰੇ ਕੋਲ ਹੈ ਸ਼ੁਕਰਾਨਾ ਕਰਨਾ ਕਦੇ ਨਾ ਛੱਡੀ। ਕਿਉਂਕਿ ਗੁਰਦੇਵ ਨੇ ਪਹਿਲਾਂ ਹੀ ਬਚਨ ਕੀਤਾ ਜਪਜੀ ਸਾਹਿਬ ਅੰਦਰ, ਉਹ ਸੀ ਆਪਾਂ ਕਹਿੰਦੇ ਆ ਇਹ ਪੀ ਦਾਤ ਤੇਰੀ ਦਾਤਾਰ। ਹੁਣ ਸਾਧਨਾ ਤੇ ਆਦਿਕ ਲਿਖਿਆ ਹੁੰਦਾ ਵੀ ਆਹ ਦਾਤ ਤੇਰੀ ਹੈ, ਜਿਹੜਾ ਟਰੈਕਟਰ ਆਦਿਕ ਜੋ ਵੀ ਦਿੱਤਾ ਹੈ ਉਹ ਲਿਖਾ ਦਿੰਦੇ ਆਪਾਂ, ਇਹ ਪੀ ਦਾਤ ਤੇਰੀ ਦਾਤਾਰ। ਪਰ ਗੁਰਦੇਵ ਨੇ ਇਹਨਾਂ ਦਾਤਾਂ ਨੂੰ ਨਹੀਂ ਕਿਹਾ। ਇਹਦੀ ਪਿਛਲੀ ਪੰਕਤੀ ਪੜੋ, ਫਿਰ ਸ਼ਬਦ ਪੂਰਾ ਸਮਝ ਆਏਗਾ। ਉਹ ਸੀ ਕੇਤਿਆਂ ਦੁੱਖ ਭੂਖ ਸਦ ਮਾਰ। ਉਹ ਦੁੱਖ ਭੁੱਖ ਨੂੰ ਮਾਰਾਂ ਨੂੰ ਵੀ ਗੁਰੂ ਨਾਨਕ ਸਾਹਿਬ ਦਾਤਾਂ ਪਏ ਦੱਸਦੇ ਨੇ ਜੀ। ਆਪਾਂ ਜਿਹੜਾ ਕੁਝ ਹੁੰਦਾ ਹੈ ਉਹਨੂੰ ਦਾਤਾਂ ਦੱਸਦੇ ਆ। ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਪਜੀ ਸਾਹਿਬ ਹੈ ਪੜ੍ਹਦੇ ਰੋਜ਼ ਹੀ ਆ, ਪਰ ਗੁਰਦੇਵ ਕਹਿਣ ਲੱਗੇ ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ
ਦਾਤਾਰ ਦੁੱਖਾਂ ਤੇ ਭੁੱਖਾਂ ਮੇਰੇ ਕਰਮਾਂ ਦੀਆਂ, ਗੁਰਦੇਵ ਤੁਸੀਂ ਬਖਸ਼ਿਸ਼ਾਂ ਮੇਰੇ ਝੋਲੀ ਅੰਦਰ ਪਾਈਆਂ, ਆ ਵੀ ਇੱਕ ਤੇਰੀ ਦਾਤ ਕਰਕੇ ਮੈਂ ਤੇਰਾ ਸ਼ੁਕਰਾਨਾ ਪਿਆ ਕਰਦਾ ਹਾਂ। ਕਹਿਣ ਲੱਗੇ ਬੜਾ ਯਤਨ ਕੀਤਾ। ਫਿਰ ਪੰਜਵੇਂ ਪਾਤਸ਼ਾਹ ਨੇ ਕਿਹਾ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ, ਪਹਿਲਾਂ ਗੁਰਦੇਵ ਦਾ ਪ੍ਰਮਾਣ। ਕਹਿਣ ਲੱਗੇ, ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੈ, ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਣਾ ਚੀਤ ਨਾ ਆਵੈ, ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਾਉ ਕਿਛ ਨਾਹੀ, ਜਮ ਨਹੀਂ ਆਵੈ ਨੇੜੇ। ਇੰਨੀ ਇੱਕ ਬੇਨਤੀਆਂ ਜੀ ਪ੍ਰਵਾਨ ਕਰਨੀਆਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਧਿਆ ਖਾਂ ਗੁਰੂ ਹਰਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਨੂੰ, ਜਿਨ੍ਹਾਂ ਦੇ ਆਲੇ ਦੁਆਲੇ ਇੰਨੀ ਅਡੰਬਰ ਰਚਿਆ ਗਿਆ ਵੀ ਕਿਵੇਂ ਨਾ ਕਿਵੇਂ ਕਰਕੇ ਇਸ ਨੂੰ ਮੌਤ ਦੇ ਘਾਟ ਉਤਾਰੀਏ, ਮਾਰ ਦਈਏ ਸਾਹਿਬਜ਼ਾਦੇ ਨੂੰ, ਪਰ ਦੇਖਿਓ ਰੱਖਣ ਵਾਲਾ ਪ੍ਰਮਾਤਮਾ ਰੱਖਦਾ ਏ। ਕਹਿਣ ਲੱਗੇ, ਧਿਆ ਹਰਗੋਬਿੰਦ ਪਾਤਸ਼ਾਹ ਨੂੰ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਜਿਹੜਾ ਹਰ ਇੱਕ ਪ੍ਰਕਾਰ ਤੋਂ ਬਚਾ ਕੇ ਤੈਨੂੰ ਰੱਖ ਲਏਗਾ। ਹੋਈਆਂ ਭੁੱਲਾਂ ਦੀ ਖਿਮਾ, ਗਲਤੀਆਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।